ਚੋਰਾਂ ਨੂੰ ਪੈ ਗਿਆ ਮੋਹਰ। ਯੂਸਫ ਰਜ਼ਾ ਗਿਲਾਨੀ ਪਾਕਿਸਤਾਨ ਦੀ ਸੈਨੇਟ ਦੇ ਚੇਅਰਮੈਨ, ਵਜ਼ੀਰ ਆਜ਼ਮ ਪਾਕਿਸਤਾਨ ਦੇ ਰਹੇ, ਨਾਅਹਲ ਕਰਾਰ ਦੇ ਕੇ ਇਹਨਾਂ ਨੂੰ ਕੱਢ ਦਿੱਤਾ ਗਿਆ। ਵਜ਼ਾਰਤ ਉਜ਼ਮਾ ਇਹਨਾਂ ਦੀ ਖਤਮ ਕਰ ਦਿੱਤੀ ਗਈ। ਉਹਨਾਂ ਦਾ ਬੇਟਾ ਅਬਦੁਲ ਕਾਦਰ ਗਿਲਾਨੀ ਬਾਰਸਲੋਨਾ ਸੈਰੋ ਸਿਆਹਤ ਲਈ ਗਿਆ। ਉੱਥੇ ਉਹਨਾਂ ਦੀ ਕਿਸੇ ਨੇ ਘੜੀ ਲਾ ਲਈ। ਪਾਕਿਸਤਾਨ ਦੇ ਜਦੋਂ ਬਣਾਏ ਲਖਾਰੀਆਂ ਨੇ, ਅਸਾਬੀਆਂ ਨੇ ਤੇ ਦੱਸਿਆ 1,85,00,000 ਰੁਪਏ ਦੀ ਘੜੀ ਬਣਦੀ ਸੀ, ਜਿਹੜੀ ਜਨਾਬ ਯੂਸਫ ਰਜ਼ਾ ਗਿਲਾਨੀ ਦੇ ਬੇਟੇ ਅਬਦੁਲ ਕਾਦਰ ਗਿਲਾਨੀ ਕੋਲੋਂ ਚੋਰਾਂ ਨੇ, ਡਾਕੂਆਂ ਨੇ ਖੋਲ ਲਈ ਤੇ ਦੌੜ ਗਏ। ਕਹਿੰਦੇ ਆ ਕਿ ਬੜੀ ਮੌਜ ਨਾਲ, ਮਸਤੀ ਨਾਲ ਬਾਰਸਲੋਨਾ ਸੈਰ ਲਈ ਗਏ ਸੀ। ਅਬਦੁਲ ਕਾਦਰ ਗਿਲਾਨੀ ਸਾਹਿਬ ਗਲੀ ਚੋਂ ਗੁਜ਼ਰ ਰਹੇ ਸੀ ਤੇ ਕੋਈ ਡਾਕੂ ਪੈ ਗਿਆ। ਚੋਰਾਂ ਨੂੰ ਮੋਰ ਪੈ ਗਏ। ਯੂਸਫ ਰਜ਼ਾ ਗਿਲਾਨੀ ਤੇ ਵੀ ਕਰਪਸ਼ਨ ਦੇ ਕਿੰਨੇ ਮੁਕਦਮੇ, ਸਾਰਿਆਂ ਚੋਂ ਬਾਰੀ ਬਾਰੀ ਨਿਕਲਦੇ ਗਏ ਔਰ ਹੁਣ ਇੱਕ ਵੀ ਇਹਨਾਂ ਤੇ ਮੁਕਦਮਾ ਨਹੀਂ। ਲੇਕਿਨ ਕਿਸ ਤਰ੍ਹਾਂ ਇਹ ਸੈਨੇਟਰ ਬਣੇ, ਕਿਸ ਤਰ੍ਹਾਂ ਇਹ ਚੇਅਰਮੈਨ ਸੈਨੇਟ ਇਹਨਾਂ ਨੂੰ ਬਣਾਇਆ ਜਾ ਰਿਹਾ ਸੀ, ਕੌਮੀ ਅਸੈਂਬਲੀ ਕਿਸ ਤਰ੍ਹਾਂ ਇਹਨਾਂ ਨੂੰ ਸੈਨੇਟ ਦਾ ਵੋਟ ਮਿਲਿਆ, ਕਿਸ ਤਰੀਕੇ ਨਾਲ ਪੈਸੇ ਚੱਲੇ ਸਾਰਿਆਂ ਦੇ ਸਾਹਮਣੇ। ਪੈਸੇ ਕਿੱਧਰੋਂ ਆਏ, ਕਿੱਧਰ ਗਏ, ਕਿਹਨੂੰ ਦਿੱਤੇ, ਕਿਹਦੇ ਕੋਲ ਆਏ। ਸਕਦਾ ਹੈ ਕਿ ਉਹਨਾਂ ਪੈਸਿਆਂ ਚੋਂ ਵੀ ਘੜੀ ਨਾ ਖਰੀਦੀ ਹੋਵੇ, ਕਿਸੇ ਨੇ ਏਦਾਂ ਹੀ ਦੇ ਦਿੱਤੀ ਹੋਵੇ, ਤੋਹਫਾ ਦੇ ਦਿੱਤਾ ਹੋਵੇ। ਹੁਣ ਦੱਸਿਆ ਜਾਂਦਾ ਹੈ ਕਿ CCTV ਕੈਮਰੇ ਉੱਥੋਂ ਦੇ ਦੇਖੇ ਜਾ ਰਹੇ ਨੇ ਤੇ ਚੋਰਾਂ ਨੂੰ ਲੱਭਿਆ ਜਾ ਰਿਹਾ। ਚੋਰਾਂ ਨੂੰ ਫੜ ਕੇ ਉਹਨਾਂ ਕੋਲੋਂ ਘੜੀ ਬਰਾਮਦ ਕਰਕੇ ਇਹਨਾਂ ਦੇ ਹਵਾਲੇ ਕਰ ਦਿੱਤੀ ਜਾਏਗੀ। ਬਾਰਸਲੋਨਾ ਦੀ ਹਕੂਮਤ ਨੂੰ ਜਦੋਂ ਪਤਾ ਲੱਗਾ ਕਿ ਇਹ ਮੁੰਡਾ ਤੇ ਯੂਸਫ ਰਜ਼ਾ ਗਿਲਾਨੀ ਦਾ ਪੁੱਤਰ ਹੈ, ਜਿਹੜੇ ਪਾਕਿਸਤਾਨ ਦੇ ਵਜ਼ੀਰ ਆਜ਼ਮ ਰਹੇ ਨੇ ਮੁੱਦਤ ਉਹਨਾਂ ਨੇ ਵੀ ਪੂਰੀ ਨਹੀਂ ਸੀ ਕੀਤੀ, ਉਹਨਾਂ ਨੂੰ ਵੀ ਇੱਕ ਕੇਸ ਫੜਿਆ ਤੇ ਉਹਨਾਂ ਨੂੰ ਨਾਅਹਲ ਕਰਾਰ ਦੇ ਦਿੱਤਾ। ਖੜੇ ਪੈਰ ਉਹਨਾਂ ਨੂੰ ਸਜ਼ਾ ਸੁਣਾਈ ਗਈ ਤੇ ਫਿਰ ਬੰਦੇ ਨੂੰ ਘਰ ਜਾਣਾ ਪੈਂਦਾ। ਉਦੋਂ ਮੀਆਂ ਨਵਾਜ਼ ਸ਼ਰੀਫ ਸਾਹਿਬ ਬੜੇ ਚਿੜੇ ਸੀ ਤੇ ਇਹਨਾਂ ਦੇ ਪਿੱਛੇ ਤਿੰਗੜ ਕੇ ਪੈ ਗਏ ਸੀ। ਕਹਿੰਦੇ ਸੀਗੇ ਕਿ ਹੁਣ ਜਦੋਂ ਸੁਪਰੀਮ ਕੋਰਟ ਨੇ ਤੁਹਾਨੂੰ ਕੱਢ ਦਿੱਤਾ ਤੇ ਫਿਰ ਘਰ ਕਿਉਂ ਨਹੀਂ ਜਾਂਦੇ। ਤੇ ਯੂਸਫ ਰਜ਼ਾ ਗਿਲਾਨੀ ਸਾਹਿਬ ਨੂੰ ਫਿਰ ਘਰ ਜਾਣਾ ਹੀ ਪਿਆ ਸੀ ਤੇ ਹੁਣ ਇਹਨਾਂ ਦਾ ਪੁੱਤਰ, ਉਹਦੀ ਘੜੀ ਉੱਥੇ ਗੁੰਮ ਹੋ ਗਈ। ਇਸੇ ਮੁੰਡੇ ਦੀ ਸ਼ਾਦੀ ਸੀ। ਜਦੋਂ ਯੂਸਫ ਰਜ਼ਾ ਗਿਲਾਨੀ ਸਾਹਿਬ ਵਜ਼ੀਰ ਆਜ਼ਮ ਪਾਕਿਸਤਾਨ ਬਣੇ, ਉਹਨਾਂ ਨੇ ਵਜ਼ੀਰ ਆਜ਼ਮ ਬਣਦਿਆਂ ਹੀ ਅਗਲੇ ਮਹੀਨੇ ਇਹਦੀ ਸ਼ਾਦੀ ਰੱਖ ਦਿੱਤੀ ਤੇ ਕਿਹਾ ਜਾਂਦਾ ਕਿ 100 ਲੋਕਾਂ ਨੇ ਇਹਨਾਂ ਨੂੰ ਗੱਡੀਆਂ, ਨਵੀਆਂ ਨਕੋਰ ਗੱਡੀਆਂ, ਲਗਜ਼ਰੀ ਗੱਡੀਆਂ ਤੋਹਫੇ ਦਿੱਤੀਆਂ। 2008 ਚ ਵਜ਼ੀਰ ਆਜ਼ਮ ਬਣ ਗਏ ਸੀ। 2010 ਪਾਕਿਸਤਾਨ ਦੇ ਇੱਕ ਤਬਾਹ ਕੁਨ ਸੈਲਾਬ ਆਇਆ। ਉਹਨੇ ਬਰਬਾਦੀ ਫੇਰ ਕੇ ਰੱਖ ਦਿੱਤੀ, ਤਬਾਹੀ ਫੇਰ ਕੇ ਰੱਖ ਦਿੱਤੀ ਪੂਰੀ ਦੁਨੀਆ ਨੂੰ। ਉਸ ਦੌਰ ਚ ਇਹਨਾਂ ਨੇ ਕਿਹਾ, ਆਸਫ ਅਲੀ ਜ਼ਰਦਾਰੀ ਨੇ ਕਿਹਾ, ਇਹਨਾਂ ਨੇ ਕਿਹਾ ਕਿ ਸਾਡੀ ਮਦਦ ਕਰੋ, ਅਸੀਂ ਲੁੱਟੇ ਗਏ, ਅਸੀਂ ਖੱਪ ਗਏ, ਅਸੀਂ ਮਾਰੇ ਗਏ, ਸੈਲਾਬ ਆ ਗਿਆ, ਤਬਾਹੀ ਹੋ ਗਈ। ਤਾਂ ਦੁਨੀਆ ਨੇ ਬੜੀ ਮਦਦ ਕੀਤੀ ਔਰ ਉਹ ਆਖਰੀ ਮਦਦ ਸੀ ਜਿਹੜੀ ਪਾਕਿਸਤਾਨ ਦੀ ਦੁਨੀਆ ਨੇ ਕੀਤੀ ਸੀ। ਉਸ ਤੋਂ ਬਾਅਦ ਦੁਨੀਆ ਨੇ ਕੰਨਾਂ ਨੂੰ ਹੱਥ ਲਾ ਲਿਆ, ਕਿਉਂਕਿ ਸਾਰੇ ਪੈਸੇ ਕੋਈ TT 'ਚ ਬਦਲ ਗਏ, ਕੋਈ ਪਾਕਿਸਤਾਨ ਜਮਾ ਹੋ ਗਏ, ਕੋਈ ਬਾਹਰ ਚਲੇ ਗਏ, ਕੋਈ ਕਿੱਧਰ ਚਲੇ ਗਏ। ਉਸ ਤੋਂ ਬਾਅਦ ਕਿਸੇ ਨੇ ਟਕਾ ਵੀ ਨਹੀਂ ਦਿੱਤਾ। ਹਾਲਾਂਕਿ ਉਸ ਤੋਂ ਬਾਅਦ ਵੀ ਪਾਕਿਸਤਾਨ 'ਚ ਸੈਲਾਬ ਆਏ, ਹੋਰ ਵੀ ਆਫਤਾਂ ਆਈਆਂ, ਲੇਕਿਨ ਇਹਨਾਂ ਨੇ ਜਿਸ ਤਰ੍ਹਾਂ ਦੁਨੀਆ ਨੂੰ ਦੱਸ ਦਿੱਤਾ ਕਿ ਪੈਸੇ ਕਿੱਥੇ ਜਾਂਦੇ ਆ, ਉਸ ਤੋਂ ਬਾਅਦ ਦੁਨੀਆ ਨੇ ਫਿਰ ਇਹਨਾਂ ਦੀ ਮਦਦ ਕਰਨ ਤੋਂ ਗੁਰੇਜ਼ ਕੀਤਾ ਜਾਂ ਇਨਕਾਰ ਕੀਤਾ। ਉਸੇ ਦੌਰ 'ਚ ਪਾਕਿਸਤਾਨ ਤੇ ਵਰਤਗਾਨ ਵੀ ਆਏ ਸੀ। ਉਹਨਾਂ ਦੀ ਬੇਗਮ ਇਮਾਨ ਵੀ ਉਹਨਾਂ ਦੇ ਨਾਲ ਸੀ। ਉਹਨਾਂ ਨੇ ਆਪਣੇ ਗਲੇ 'ਚੋਂ ਹਾਰ ਉਤਾਰਿਆ, ਨੈਕਲਸ। ਉਹਨਾਂ ਨੇ ਕਿਹਾ ਕਿ ਇਹਨੂੰ ਵੀ ਤੁਸੀਂ ਸੈਲਾਬ ਦੀ ਮਦਦ ਕਰਨ ਲਈ ਰੱਖ ਲਓ। ਜਿਸ ਤਰ੍ਹਾਂ ਤਬਾਹੀ ਹੋਈ ਆ ਉਹਨਾਂ ਲੋਕਾਂ ਦੀ, ਤੁਸੀਂ ਬਹਾਲੀ ਲਈ ਮੇਰਾ ਹਾਰ ਵੀ ਰੱਖ ਲਓ, ਵੇਚ ਦਿਓ, ਤਾਂ ਕਿ ਉਹਨਾਂ ਲੋਕਾਂ ਨੂੰ ਸੁੱਖ ਦਾ ਕੋਈ ਸਾਹ ਆ ਸਕੇ। ਲੇਕਿਨ ਬਾਅਦ ਪਤਾ ਚੱਲਿਆ ਕਿ ਉਹ ਨੈਕਲਸ ਉੱਥੋਂ ਗੁੰਮ ਹੀ ਹੋ ਗਿਆ। ਜਦੋਂ ਮਜ਼ੀਦ ਪਤਾ ਕੀਤਾ, ਜਦੋਂ ਇਹਨਾਂ ਦੀ ਹੁਕੂਮਤ ਮੁੱਕ ਗਈ ਸੀ, ਤੋਸ਼ਾਖਾਨਾ 'ਚ ਨਹੀਂ ਸੀ ਪਿਆ, ਕਿਧਰੇ ਵੀ ਨਹੀਂ ਲੱਭਾ। ਪਤਾ ਚੱਲਿਆ ਕਿ ਫੌਜ਼ੀਆ ਗਿਲਾਨੀ ਸਾਹਿਬਾ ਉਹ ਹਾਰ ਲੈ ਗਈਆਂ ਸੀ। ਯੂਸਫ ਰਜ਼ਾ ਗਿਲਾਨੀ ਸਾਹਿਬ ਦੀ ਬੀਵੀ, ਉਹਨਾਂ ਦੀ ਅਹਿਲੀਆ ਖਾਤੂਨ ਨੇ ਅਵਲ ਹਾਰ ਲੈ ਗਈਆਂ। ਜਦੋਂ ਕਿਹਾ ਕਿ ਜਮਾ ਕਰਾਓ, ਉਹਨਾਂ ਨੇ ਦੱਸਿਆ ਉਹ ਤਾਂ ਗੁੰਮ ਗਿਆ, ਖੜੀਜ ਗਿਆ, ਲੱਭਦਾ ਨਹੀਂ। ਲੇਕਿਨ ਜਦੋਂ ਸੁਪਰੀਮ ਕੋਰਟ ਨੇ ਕਿਹਾ ਠੀਕ ਹੈ ਫਿਰ ਆ ਕੇ ਇੱਥੇ ਦੱਸੋ ਕਿ ਹਾਰ ਕਿੱਥੇ ਹੈ, ਤਾਂ ਫਿਰ ਫੌਜ਼ੀਆ ਗਿਲਾਨੀ ਸਾਹਿਬਾ ਨੇ ਉਹ ਹਾਰ, ਉਹ ਨੈਕਲਸ ਜਮਾ ਕਰਵਾ ਦਿੱਤਾ। ਹੁਣ ਪਤਾ ਨਹੀਂ ਕਿੱਥੇ ਹੋਵੇ, ਕੋਈ ਹੋਰ ਲੈ ਗਿਆ ਹੋਵੇ ਜਾਂ ਫਿਰ ਕਾਜ਼ੀ ਫਾਇਜ਼ ਈਸਾ ਹੀ ਲੈ ਕੇ ਚਲੇ ਗਏ ਹੋਣ। ਉਸ ਤੋਂ ਇਲਾਵਾ ਕਾਕੜ ਸਾਹਿਬ ਵੀ ਰਹੇ, ਸ਼ਹਿਬਾਜ਼ ਸ਼ਰੀਫ ਵੀ ਰਹੇ, ਨਵਾਜ਼ ਸ਼ਰੀਫ ਵੀ ਰਹੇ। ਤਾਂ ਪਤਾ ਨਹੀਂ ਹੁਣ ਹਾਰ ਕਿੱਥੇ ਹੈ, ਨੈਕਲਸ ਕਿੱਥੇ ਹੈ, ਵਿਕਿਆ ਨਹੀਂ ਵਿਕਿਆ। ਗੱਲ ਅਸੀਂ ਕਰ ਰਹੇ ਸੀ ਕਿ ਕਿਸ ਤਰੀਕੇ ਨਾਲ ਇਹ ਕਮਾਈ ਕਰਦੇ ਸੀ। ਮੈਨੂੰ ਯਾਦ ਆ ਗਿਆ ਕਿ ਇਸ ਤਰ੍ਹਾਂ ਇੱਕ ਮਾਈ ਸੀ, ਦੁੱਧ ਵੇਚਦੀ ਸੀ, ਮੱਝਾਂ ਦਾ ਦੁੱਧ ਮੁੱਲ ਲੈਂਦੀ ਸੀ। ਆਪਣੀ ਵੀ ਹੋ ਸਕਦਾ ਕਿ ਇੱਕ ਅੱਧੀ ਮੱਝ ਉਹਦੀ ਹੋਵੇ, ਕੋਈ ਭੇਡ ਬੱਕਰੀ ਹੋਵੇ, ਦੁੱਧ ਵੇਚਦੀ ਸੀ ਤੇ ਨਾਲ ਪਾਣੀ ਵੀ ਪਾ ਦਿੰਦੀ ਸੀ। ਇੱਕ ਦਿਨ ਐਸਾ ਹੋਇਆ ਕਿ ਮਾਈ ਨਹਿਰ ਤੇ ਤੁਰੀ ਜਾ ਰਹੀ ਸੀ, ਮੂੰਹ ਧੋਣ ਲੱਗੀ, ਨਹਿਰ ਤੇ ਬੈਠ ਕੇ ਉਹਨੇ ਜਿਹੜਾ ਹਾਰ ਪਾਇਆ ਹੋਇਆ ਸੀ, ਨੈਕਲਸ ਇਹ ਵਾਲਾ, ਗਿਲਾਨੀ ਸਾਹਿਬ ਦੀ ਬੀਵੀ ਵਾਲਾ ਨਹੀਂ, ਉਹਨਾਂ ਆਪਣਾ ਜਿਹੜਾ ਪੈਸਿਆਂ ਦਾ ਪਾਣੀ ਦੁੱਧ 'ਚ ਪਾ ਕੇ ਪੈਸੇ ਜਿਹੜੇ ਕਮਾਏ ਸੀ, ਜਿਹੜੀ ਕਮਾਈ ਕੀਤੀ ਸੀ, ਉਹਦਾ ਉਹਨਾਂ ਨੇ ਵੀ ਨੈਕਲਸ ਲਿਆ, ਹਾਰ ਲਿਆ ਤੇ ਨਹਿਰ ਤੇ ਬੈਠ ਕੇ ਮੂੰਹ ਧੋਣ ਲੱਗੀ ਤੇ ਉਹਦੇ ਗਲ 'ਚੋਂ ਹਾਰ ਡਿੱਗਿਆ ਤੇ ਪਾਣੀ ਚਲਾ ਗਿਆ। ਤੇ ਮਾਈ ਨੇ ਉਹ ਤੋੜਦਿਆਂ ਹੋਇਆ ਕਿਹਾ ਕਿ ਪਾਣੀ ਦੇ ਪੈਸਿਆਂ ਨਾਲ ਹੀ ਮੈਂ ਬਣਾਇਆ ਸੀ ਤੇ ਪਾਣੀ ਵਿੱਚ ਹੀ ਚਲਾ ਗਿਆ।
ਇਸੇ ਤਰ੍ਹਾਂ ਇਹਨਾਂ ਵੀ ਜਿਸ ਤਰੀਕੇ ਨਾਲ ਕਮਾਈ ਕੀਤੀ ਸੀ, ਜਿਸ ਤਰੀਕੇ ਨਾਲ ਕੜੀ ਖਰੀਦੀ ਸੀ, ਉਸੇ ਤਰੀਕੇ ਨਾਲ ਕੜੀ ਚਲੀ ਗਈ। ਕੜੀ ਦੀ ਗੱਲ ਹੋ ਰਹੀ ਹੈ ਤੇ ਕੜੀ ਮੁੜੀ ਗੱਲਾਂ ਯਾਦ ਆ ਰਹੀਆਂ। ਮੀਆਂ ਨਵਾਜ਼ ਸ਼ਰੀਫ ਸਾਹਿਬ ਦੁਬਈ ਇੱਕ ਦੌਰੇ ਤੇ ਗਏ। ਉਹਨਾਂ ਦੇ ਨਾਲ ਮੀਆਂ ਨਵਾਜ਼ ਸ਼ਰੀਫ ਸਾਹਿਬ ਵਜ਼ੀਰ ਆਜ਼ਮ ਸੀ ਤੇ ਇਕਬਾਲ ਹੁਸੈਨ ਲਖਵੀਰਾ ਸਾਹਿਬ ਦੱਸਦੇ ਨੇ ਕਿ ਮੇਰੇ ਇੱਕ ਦੋਸਤ ਨੇ ਕਿਹਾ ਕਿ ਮੀਆਂ ਨਵਾਜ਼ ਸ਼ਰੀਫ ਨਾਲ ਮੁਲਾਕਾਤ ਕਰਨ ਲਈ ਜਾਣਾ, ਮੈਂ ਉਹਨਾਂ ਦੇ ਨਾਲ ਚਲਾ ਗਿਆ। ਲਖਵੀਰਾ ਸਾਹਿਬ ਦੱਸਦੇ ਆ ਕਿ ਮੇਰੇ ਦੋਸਤ ਨੇ ਕਿਹਾ ਯਾਰ ਹੈ ਮੇਰੀ ਕੜੀ ਤੂੰ ਨਹੀਂ ਪਾ ਲੈਂਦਾ। ਮੈਂ ਕਿਹਾ ਮੈਂ ਪਾ ਲੈਣਾ। ਮੈਂ ਪੁੱਛਿਆ ਕਿ ਤੂੰ ਮੈਨੂੰ ਕਿਉਂ ਕਹਿਣਾ ਕਿ ਕੜੀ ਪਾ ਲਾ। ਉਹਨੇ ਕਿਹਾ ਕਿ ਮੀਆਂ ਨਵਾਜ਼ ਸ਼ਰੀਫ ਸਾਹਿਬ ਨਾਲ ਅਸੀਂ ਜਦੋਂ ਵੀ ਮੁਲਾਕਾਤ ਕੀਤੀ ਉਹਨਾਂ ਨੇ ਕਿਹਾ ਯਾਰ ਤੇਰੀ ਕੜੀ ਬੜੀ ਜ਼ਬਰਦਸਤ ਹੈ, ਜ਼ਰਾ ਦਿਖਾਏ ਨਾ। ਮੀਆਂ ਸਾਹਿਬ ਕੜੀ ਲਾ ਕੇ ਬੰਨ ਲੈਂਦੇ ਤੇ ਉਸ ਤੋਂ ਬਾਅਦ ਫਿਰ ਉਹ ਵਾਪਸ ਨਹੀਂ ਕਰਦੇ, ਇਸ ਲਈ ਤੂੰ ਇਹ ਕੜੀ ਪਾ ਲਾ, ਇਹ ਨਾ ਹੋਏ ਕਿ ਮੈਨੂੰ ਵੀ ਇਹ ਕੜੀ ਮੀਆਂ ਨਵਾਜ਼ ਸ਼ਰੀਫ ਨੂੰ ਹੀ ਦੇਣੀ ਪਵੇ। ਇਕਬਾਲ ਲਖਵੀਰਾ ਕਹਿੰਦੇ ਨੇ ਕਿ ਅਸੀਂ ਮੀਆਂ ਨਵਾਜ਼ ਸ਼ਰੀਫ ਸਾਹਿਬ ਨਾਲ ਮੁਲਾਕਾਤ ਲਈ ਗਏ। ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਬੜੀ ਸਾਡੀ ਆਓ ਭਗਤ ਕੀਤੀ, ਚਾਹ ਵੀ ਪਿਲਾਈ, ਜੂਸ ਵੀ ਪਿਲਾਇਆ ਤੇ ਮੀਆਂ ਨਵਾਜ਼ ਸ਼ਰੀਫ ਨੇ ਮੇਰੀ ਕੜੀ ਵੱਲ ਦੇਖਦਿਆਂ ਹੋਇਆ ਕਿ ਲਖਵੀਰਾ ਸਾਹਿਬ ਜ਼ਰਾ ਕੜੀ ਤੇ ਦਿਖਾਓ। ਲਖਵੀਰਾ ਸਾਹਿਬ ਨੇ ਕੜੀ ਖੋਲੀ ਤੇ ਮੀਆਂ ਨਵਾਜ਼ ਸ਼ਰੀਫ ਦੇ ਹਵਾਲੇ ਕਰ ਦਿੱਤੀ। ਮੀਆਂ ਨਵਾਜ਼ ਸ਼ਰੀਫ ਨੇ ਕੜੀ ਆਪਣੇ ਬਾਂਹ ਤੇ ਲਾਈ, ਇਸ ਤਰ੍ਹਾਂ ਟਾਈਮ ਦੇਖਿਆ, ਕਹਿਣ ਲੱਗੇ ਬੜੀ ਜ਼ਬਰਦਸਤ ਕੜੀ ਆ। ਲਖਵੀਰਾ ਸਾਹਿਬ ਦੱਸਦੇ ਕਿ ਉੱਠਣ ਲੱਗਿਆ ਮੈਂ ਕਿਹਾ ਮੀਆਂ ਸਾਹਿਬ ਕੜੀ ਤਾਂ ਦੇ ਦਿਓ। ਮੀਆਂ ਸਾਹਿਬ ਨੇ ਸੜੇ ਹੋਏ ਬਤਾਉ ਵਰਗਾ ਮੂੰਹ ਬਣਾਇਆ ਤੇ ਕੜੀ ਉਤਾਰ ਕੇ ਇਹਨਾਂ ਦੇ ਹਵਾਲੇ ਕਰ ਦਿੱਤੀ। ਲਖਵੀਰਾ ਸਾਹਿਬ ਨੇ ਇੱਕ ਹੋਰ ਵੀ ਐਸਾ ਹੀ ਬੜਾ ਦਿਲਚਸਪ ਵਾਕਿਆ ਸੁਣਾਇਆ ਸੀ। ਕਹਿੰਦੇ ਨੇ ਕਿ ਪਾਕਿਸਤਾਨ ਦੇ ਇੱਕ ਮੌਲਵੀ ਸਾਹਿਬ ਉੱਥੇ ਗਏ, ਬੜੇ ਭਾਰੀ ਭਰਕਮ ਮੌਲਵੀ ਸਾਹਿਬ, ਸਿਆਸੀ ਵੀ ਤੇ ਮੌਲਵੀ ਵੈਸੇ ਮਜ਼ਹਬੀ ਤੋਂ ਹੁੰਦੇ ਆ। ਉਹ ਕਹਿੰਦੇ ਕਿ ਮੈਂ ਉਹਨਾਂ ਨੂੰ ਦੁਬਈ 에ਅਰਪੋਰਟ ਤੇ ਛੱਡਣ ਗਿਆ। ਉਹਨਾਂ ਨੇ ਕਿਹਾ ਕਿ ਠੀਕ ਹੈ ਲਖਵੀਰਾ ਸਾਹਿਬ ਤੁਸੀਂ ਹੁਣ ਜਾਓ। ਮੈਂ ਕਿਹਾ ਨਹੀਂ, ਮੈਂ ਤੇ ਤੁਹਾਨੂੰ ਜਹਾਜ਼ ਤੇ ਬਿਠਾ ਕੇ ਜਾਣਾ। ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਮੇਰੇ ਕੋ ਆਪਣੀ ਜਾਨ ਛੁਡਾ ਲੈਣ, ਲੇਕਿਨ ਮੈਂ ਉਹਨਾਂ ਦੇ ਨਾਲ ਹੀ ਰਿਹਾ। ਉਹਨਾਂ ਨੇ ਬਿਲ ਆਖਰ ਮੈਨੂੰ ਕਹਿ ਦਿੱਤਾ ਕਿ ਯਾਰ ਲਖਵੀਰਾ ਸਾਹਿਬ ਮੇਰੇ ਇੱਕ ਦੋਸਤ ਨੇ ਆਉਣ ਲੱਗਿਆ ਮੈਨੂੰ ਕਿਹਾ ਸੀ ਕਿ 5 ਬੋਤਲਾਂ ਤਾਂ ਲੈ ਆਈ। ਤੇ ਮੈਂ ਕਿਹਾ ਠੀਕ ਹੈ ਮੈਂ ਬੋਤਲਾਂ ਲੈ ਦਿੰਦਾ। ਉਹ ਕਹਿੰਦੇ ਕਿ ਮੈਂ ਉਹਨਾਂ ਨੂੰ 5 ਬੋਤਲਾਂ ਲੈ ਦਿੱਤੀਆਂ। ਉਹਨਾਂ ਨੇ ਆਪਣੇ ਬੈਗ 'ਚ ਰੱਖੀਆਂ। ਅੱਲਾ ਬਿਹਤਰ ਜਾਣਦਾ ਕਿ ਉਹਨਾਂ ਨੇ ਆਪ ਪੀਣੀਆਂ ਸੀ ਜਾਂ ਕਿਹਨੂੰ ਪਿਲਾਉਣੀਆਂ ਸੀ। ਤੇ ਮੌਲਵੀ ਕੌਣ ਸੀ? ਮੇਰਾ ਖਿਆਲ ਹੈ ਕਿ ਤੁਸੀਂ ਉੱਥੇ ਤੱਕ ਪਹੁੰਚ ਗਏ ਹੋਗੇ। ਗੱਲ ਅਸੀਂ ਸ਼ੁਰੂ ਕੀਤੀ ਸੀ ਯੂਸਫ ਰਜ਼ਾ ਗਿਲਾਨੀ ਦੇ ਪੁੱਤਰ ਅਬਦੁਲ ਕਾਦਰ ਗਿਲਾਨੀ ਦੇ, ਜਿਸ ਤਰ੍ਹਾਂ ਕੜੀ ਚੋਰੀ ਹੋ ਗਈ, ਜਿਸ ਤਰ੍ਹਾਂ ਕੜੀ ਲਾ ਲਈ ਗਈ, ਜਿਸ ਤਰ੍ਹਾਂ ਕੜੀ ਖੋਲੀ ਗਈ, ਜਿਸ ਤਰ੍ਹਾਂ ਆਈ ਸੀ ਉਸੇ ਤਰ੍ਹਾਂ ਚਲੀ ਗਈ। ਇਹਦੇ ਨਾਲ ਇਜਾਜ਼ਤ ਦਿਓ, ਰੱਬ ਰਾਖਾ।